ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਗੁਰੂ ਦੀ ਗੋਲਕ ਇਕੱਠੀ ਕਰਦੇ ਹੋ, ਕਦੀ ਮੈਲੀ ਨਜ਼ਰ ਹੋਈ ਹੈ ਜਾਂ ਨਹੀਂ? ਤਾਂ ਉਹਨਾਂ ਨੇ ਕਿਹਾ, ਇਹੋ ਜਿਹੇ ਕੁਕਰਮ ਨੂੰ ਅਸੀਂ ਜ਼ਹਿਰ ਵਾਂਗ ਮੰਨਦੇ ਹਾਂ। ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਹੁਕਮ ਕੀਤਾ ਕਿ ਇਮਾਨਦਾਰੀ ਦੇ ਨਾਲ ਨਾਲ ਤੁਹਾਨੂੰ ਕਿਧਰੇ ਗੁਰੂ ਕੇ ਪਸੰਦ ਹੋਣ ਦਾ ਹੰਕਾਰ ਨਾ ਹੋ ਜਾਵੇ। ਗੁਰੂ ਦੀ ਗੋਲਕ ਦਾ ਹਿਸਾਬ ਭਾਈ ਸਾਲੋ ਜੀ ਰੱਖਦੇ ਸਨ, ਜੋ ਮਾਇਆ ਤੋਂ ਬਹੁਤ ਉੱਚੇ ਸਨ। ਇੱਕ ਵਾਰ ਭਾਈ ਪੈੜਾ ਜੀ ਅਤੇ ਭਾਈ ਦੁਰਗਾ ਜੀ ਨੇ ਜੀਵਨ ਦਾ ਅਸਲ ਮੰਤਵ ਦੱਸਣ ਲਈ ਗੁਰੂ ਜੀ ਨੂੰ ਬੇਨਤੀ ਕੀਤੀ। ਗੁਰੂ ਜੀ ਨੇ ਆਖਿਆ ਕਿ ਜੋ ਵਾਹਿਗੁਰੂ ਦਾ ਦਿੱਤਾ ਤੁਹਾਡੇ ਪਾਸ ਹੈ, ਉਸ ਵਿੱਚੋਂ ਲੋੜਵੰਦਾਂ ਨੂੰ ਚੰਗੇ ਵਸਤਰ ਬਣਾ ਕੇ ਦਿਓ ਅਤੇ ਵੰਡ ਛਕਣ ਦੀ ਆਦਤ ਬਣਾਓ। ਵਾਹਿਗੁਰੂ ਕਦੇ ਥੁੜ ਨਹੀਂ ਆਉਣ ਦੇਵੇਗਾ। ਇੱਕ ਵਾਰ ਅਜਿਹਾ ਕਰਦਿਆਂ ਉਹਨਾਂ ਦੇ ਘਰ ਵੀ ਗਹਿਣੇ ਪੈ ਗਏ, ਪਰ ਉਹਨਾਂ ਦੀ ਕਿਰਤ ਵਿੱਚ ਐਸੀ ਬਰਕਤ ਪਈ ਕਿ ਉਹ ਮਾਲਾ ਮਾਲ ਹੋ ਗਏ। ਇੱਕ ਵਾਰ ਕੁਝ ਸਿੱਖਾਂ ਨੇ ਜੀਵਨ ਉਧਾਰ ਦਾ ਸੌਖਾ ਰਾਹ ਪੁੱਛਿਆ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਹਰ ਕਿਸੇ ਨੂੰ ਹੱਸ ਕੇ ਮਿਲਣਾ, ਮਿੱਠਾ ਬੋਲਣਾ, ਵੰਡ ਛਕਣਾ, ਨਿਵ ਚੱਲਣਾ ਅਤੇ ਰੋਜ਼ ਸੰਗਤ ਕਰਨੀ, ਇਹ ਪੰਜੇ ਗੱਲਾਂ ਪੱਲੇ ਬੰਨ੍ਹ ਲਵੋ। ਇੱਕ ਵਾਰ ਕੁਝ ਸਿੱਖਾਂ ਨੇ ਪੁੱਛਿਆ ਕਿ ਇਹਨਾਂ ਸਿੱਖਾਂ ਦੀ ਰਸਨਾ ਤੋਂ ਸ਼ਬਦ ਦੀ ਵਿਚਾਰ ਸੁਣ ਕੇ ਮਨ ਖੁਸ਼ ਹੋ ਜਾਂਦਾ ਹੈ, ਜਦ ਕਿ ਇਕਨਾਂ ਨੂੰ ਸੁਣਿਆਂ ਕੋਈ ਅਸਰ ਨਹੀਂ ਹੁੰਦਾ। ਗੁਰੂ ਜੀ ਆਖਣ ਲੱਗੇ, ਹੀਰਾ ਅਤੇ ਸ਼ੀਸ਼ਾ ਵੇਖਣ ਨੂੰ ਇੱਕੋ ਜਿਹੇ ਲੱਗਦੇ ਹਨ, ਪਰ ਸ਼ੀਸ਼ੇ ਨੂੰ ਜ਼ਰਾ ਸੱਟ ਵੱਜੇ ਤਾਂ ਉਹ ਚਕਨਾਚੂਰ ਹੋ ਜਾਂਦਾ ਹੈ, ਪਰ ਹੀਰੇ ਦਾ ਉਤਨੀ ਕੁ ਸੱਟ ਨਾਲ ਕੁਝ ਨਹੀਂ ਵਿਗੜਦਾ। ਇਸੇ ਤਰ੍ਹਾਂ ਜਿਸ ਸਿੱਖ ਅੰਦਰ ਪਹਿਲਾਂ ਗੁਰੂ ਦਾ ਸ਼ਬਦ ਵਸ ਗਿਆ ਹੈ, ਉਹ ਸਰੋਤਿਆਂ ਵਿੱਚ ਹੀ ਸ਼ਬਦ ਦਾ ਵਾਸਾ ਕਰ ਦੇਵੇਗਾ, ਜਿਵੇਂ ਬਾਂਸ ਚੰਦਨ ਨਾਲ ਲਾ ਕੇ ਚੰਦਨ ਹੋ ਜਾਂਦਾ ਹੈ। ਇੱਕ ਵਾਰ ਕੁਝ ਸਿੱਖਾਂ ਨੇ ਸਵਾਲ ਕੀਤਾ ਕਿ ਕੁਝ ਲੋਕ ਗੁਰੂ ਨਾਨਕ ਦੇਵ ਜੀ ਨੂੰ ਰਾਜਾ ਜਨਕ ਦਾ ਅਵਤਾਰ ਕਹਿ ਦਿੰਦੇ ਹਨ। ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਪੂਰਨ ਬ੍ਰਹਮ ਗਿਆਨ ਸਰੂਪ ਹਨ, ਉਹ ਕਿਸੇ ਦੇ ਅਵਤਾਰ ਨਹੀਂ ਹਨ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਕੁਝ ਸਿੱਖਾਂ ਨੇ ਸਵਾਲ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਹੈ? ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਉਹਨਾਂ ਦਾ ਗੁਰੂ ਨਿਰੰਕਾਰ ਹੈ। ਗੁਰੂ ਦਾ ਅਰਥ ਹੈ ਅੰਧੇਰਾ ਦੂਰ ਕਰਕੇ ਰੂਪ ਪ੍ਰਕਾਸ਼ ਕਰਨਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਸੱਚ ਦੇ ਰਾਹ ਦੇ ਭੁਲੇਖੇ ਦੂਰ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਸੱਚ ਦੇ ਰਾਹ 'ਤੇ ਪਾਇਆ ਅਤੇ ਭਰਮ ਭੁਲੇਖੇ ਦੂਰ ਕੀਤੇ। ਉਹਨਾਂ ਆਪਣਾ ਨਾਮ ਨਹੀਂ ਜਪਾਇਆ ਅਤੇ ਜਿਉਂਦੇ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪਿਆ ਅਤੇ ਉਸ ਅੱਗੇ ਮੱਥਾ ਟੇਕ ਕੇ ਆਪਣੀ ਜੋਤ ਉਸ ਵਿੱਚ ਟਿਕਾ ਦਿੱਤੀ। ਕਥਾ ਕੀਰਤਨ ਦੀ ਮਹੱਤਤਾ। ਇੱਕ ਵਾਰ ਭਾਈ ਝਾੜੂ, ਭਾਈ ਮੁਕੰਦ, ਭਾਈ ਕੇਦਾਰਾ ਅਤੇ ਭਾਈ ਕਲਿਆਣ ਨੇ ਗੁਰੂ ਜੀ ਕੋਲੋਂ ਪੁੱਛਿਆ ਕਿ ਸਾਡਾ ਕਲਿਆਣ ਕਿਵੇਂ ਹੋਵੇਗਾ? ਗੁਰੂ ਜੀ ਨੇ ਫਰਮਾਇਆ, ਕੀਰਤਨ ਰਾਗਾਂ ਵਿੱਚ ਗਾਓ, ਜਿਉਂ ਜਿਉਂ ਰਾਗ ਵਿੱਚ ਗਾਓਗੇ ਪ੍ਰੇਮ ਵਧੇਗਾ। ਕਲਯੁਗ ਵਿੱਚ ਕੀਰਤਨ ਜਿਹਾ ਕੋਈ ਤਪ ਨਹੀਂ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਕਰਨ ਨਾਲ ਸ਼ਬਦ ਵਿੱਚ ਸਮਾ ਜਾਈਦਾ ਹੈ, ਕਿਉਂਕਿ ਰਾਗ ਵਿੱਚ ਦਿਲ, ਦਿਮਾਗ, ਰਸਨਾ, ਕੰਠ ਆਦਿ ਕੰਮ ਕਰਦੇ ਹਨ। ਇਸ ਵਿੱਚ ਇੱਕ ਹੀ ਖਿਆਲ ਰੱਖਣ ਦੀ ਲੋੜ ਹੈ ਕਿ ਮਾਇਆ ਇਕੱਠੀ ਕਰਨ ਦਾ ਲਾਲਚ ਨਾ ਪੈਦਾ ਹੋਵੇ। ਜੋ ਮਿਲੇ ਉਸ ਦਾ ਸ਼ੁਕਰਾਨਾ ਕਰੇ ਅਤੇ ਘਰ ਦੇ ਗੁਜ਼ਾਰੇ ਲਈ ਵਰਤੇ। ਜਦੋਂ ਗੁਰੂ ਜੀ ਤੋਂ ਪਾਠ, ਕੀਰਤਨ ਅਤੇ ਕਥਾ ਦੇ ਫਰਕ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਫਰਮਾਇਆ, ਪਾਠ ਦਾ ਅਸਰ ਹਰੇਕ 'ਤੇ ਨਹੀਂ ਹੁੰਦਾ, ਜਿਵੇਂ ਖੂਹ ਦਾ ਪਾਣੀ ਉੱਚੇ ਥਾਂ ਨਹੀਂ ਚੜ੍ਹ ਸਕਦਾ। ਕਥਾ ਅਤੇ ਕੀਰਤਨ ਇਵੇਂ ਹਨ, ਜਿਵੇਂ ਬੱਚੇ ਦੇ ਪਾਲਣ ਪੋਸ਼ਣ ਵਿੱਚ ਮਾਂ ਬਾਪ ਦੋਵਾਂ ਦਾ ਹੱਥ ਹੋਵੇ ਤਾਂ ਪਾਲਣ ਪੋਸ਼ਣ ਵਧੀਆ ਹੁੰਦਾ ਹੈ। ਇਸ ਤਰ੍ਹਾਂ ਕਥਾ ਕੀਰਤਨ ਰਲ ਜਾਣ ਤਾਂ ਆਤਮਿਕ ਵਿਕਾਸ ਵਧੇਰੇ ਸਹਿਲ ਹੋ ਜਾਂਦਾ ਹੈ। ਗੁਰੂ ਜੀ ਨੇ ਹੋਰ ਸਮਝਾਉਂਦਿਆਂ ਦੱਸਿਆ ਕਿ ਕੀਰਤਨ ਵਰਖਾ ਦੀ ਨਿਆਈ ਹੈ, ਜੋ ਹਰ ਉੱਚੇ ਨੀਵੇਂ ਥਾਂ ਅਸਰ ਕਰਦੀ ਹੈ, ਪਰ ਕਥਾ ਉਸ ਹਲਕੀ ਬੂੰਦਾਬਾਂਦੀ ਵਾਂਗ ਹੈ, ਜਿੱਥੇ ਪੈਂਦੀ ਹੈ ਧਰਤੀ ਵਿੱਚ ਜਜ਼ਬ ਹੁੰਦੀ ਹੈ। ਗੁਰੂ ਜੀ ਦੀ ਵਿਦਵਤਾ ਅਤੇ ਸੂਝ-ਬੂਝ ਭਰੀ ਵਿਆਖਿਆ ਢੂੰਡਾਊ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਕਰ ਰਹੀ ਸੀ। ਕਈ ਵਾਰ ਅਜਿਹੀ ਵਿਆਖਿਆ ਦਾ ਲਾਭ ਉਠਾਉਣ ਵਾਲੇ ਮੁਸਲਮਾਨ ਭਰਾ ਵੀ ਹੁੰਦੇ ਸਨ। ਦਬਿਸਤਾਨ-ਏ-ਮੁਜ਼ਾਹਿਬ ਵਿੱਚ ਲਿਖਿਆ ਹੈ ਕਿ ਕੋਈ ਵੱਡਾ ਸ਼ਹਿਰ ਐਸਾ ਨਹੀਂ ਸੀ ਜਿੱਥੇ ਸਿੱਖ ਨਾ ਵੱਸਦੇ ਹੋਣ। ਇਸ ਬਾਰੇ ਗੈਰ ਸਿੱਖ ਵੀ ਲਿਖਦੇ ਹਨ ਕਿ ਗੁਰੂ ਜੀ ਨੇ ਮਰਿਆਦਾਵਾਂ ਬਾਰੇ ਖੁੱਲ੍ਹ ਕੇ ਸਿੱਖਿਆ ਦਿੱਤੀ, ਜਿਸ ਨਾਲ ਗੁਰੂ ਅਰਜਨ ਦੇਵ ਜੀ ਦੇ ਸਨਮਾਨ ਵਿੱਚ ਬਹੁਤ ਵਾਧਾ ਹੋਇਆ, ਜੋ ਸਮੇਂ ਦੀ ਸਰਕਾਰ ਨੂੰ ਚੰਗਾ ਨਾ ਲੱਗਾ। ਤੁਜ਼ਕੇ ਜਹਾਂਗੀਰੀ ਦੇ ਪੰਨਾ 35 ਉੱਤੇ ਲਿਖਿਆ ਹੈ ਕਿ ਕਈ ਪੇਂਡੂ ਗਵਾਰ ਅਤੇ ਗਵਾਰਾਂ ਦੇ ਪੁਜਾਰੀ ਲੋਕ ਉਸ ਗੁਰੂ ਅਰਜਨ ਦੇਵ ਜੀ ਪਾਸ ਆਉਂਦੇ ਅਤੇ ਪੂਰੀ ਸ਼ਰਧਾ ਉਸ 'ਤੇ ਪ੍ਰਗਟ ਕਰਦੇ। ਚੁਨਾਂਚੀ ਬਹੁਤ ਸਾਰੇ ਭੋਲੇ ਹਿੰਦੂਆਂ, ਬਲਕਿ ਮੂਰਖ ਅਤੇ ਕਮੀਨੇ ਮੁਸਲਮਾਨਾਂ ਨੂੰ ਵੀ ਉਸ ਨੇ ਰਹੁ ਰੀਤੀ ਦੇ ਅਨੁਸਾਰੀ ਬਣਾ ਕੇ ਪੀਰੀ ਅਤੇ ਵਲੀ ਪੁਣੇ ਦੀ ਢੋਂਡੀ ਪਿਟਵਾਈ ਹੋਈ ਸੀ। ਇਸ ਨਾਲ ਜਹਾਂਗੀਰ ਦਾ ਸੁਭਾਅ ਕੱਟੜਤਾ ਤਾਂ ਪ੍ਰਗਟਾਉਂਦਾ ਹੀ ਹੈ, ਪਰ ਇਹ ਵੀ ਦਰਸਾ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਹੋਰ ਕਿੰਨੀ ਇੱਜ਼ਤ ਕਰਦਾ ਸੀ। ਭਾਈ ਕਪੂਰ ਦੇਵ, ਜੋ ਆਪ ਆਏ ਗਏ ਦੀ ਟਹਿਲ ਸੇਵਾ ਕਰਦੇ, ਬਹੁਤ ਚੰਗੇ ਆਚਰਨ ਦੇ ਮਾਲਕ ਸਨ, ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਹਨਾਂ ਨੂੰ ਕਿਸੇ ਪੂਰਨ ਸਿੱਖ ਦੇ ਦਰਸ਼ਨ ਕਰਵਾਉਣ। ਗੁਰੂ ਜੀ ਨੇ ਉਹਨਾਂ ਨੂੰ ਸ਼ਹਿਬਾਜ਼ਪੁਰ ਦੇ ਵਸਨੀਕ ਭਾਈ ਸੰਮਨ ਜੀ ਪਾਸ ਭੇਜਿਆ। ਭਾਈ ਕਪੂਰ ਦੇਵ ਭਾਈ ਸੰਮਨ ਜੀ ਕੋਲ ਗਿਆ ਤਾਂ ਉੱਥੇ ਉਸ ਦੀ ਬਹੁਤ ਸੇਵਾ ਕੀਤੀ ਗਈ। ਇੱਕ ਦਿਨ ਭਾਈ ਸੰਮਨ ਜੀ ਇੱਕ ਤੱਪੜ ਗੰਢ ਰਹੇ ਸਨ ਅਤੇ ਇੱਕ ਪੌੜੀ ਵੀ ਬਣਾ ਰਹੇ ਸਨ। ਭਾਈ ਕਪੂਰ ਜੀ ਨੇ ਹੈਰਾਨੀ ਨਾਲ ਪੁੱਛਿਆ ਕਿ ਇਹ ਤੁਸੀਂ ਨਿਕੰਮੇ ਜਿਹੇ ਕੰਮ 'ਚ ਲੱਗੇ ਹੋਏ ਹੋ। ਇੱਕ ਦਿਨ ਭਾਈ ਸੰਮਨ ਜੀ ਦੇ ਪਿੰਡ ਡਾਕਾ ਪੈ ਗਿਆ।
ਡਾਕੂ ਮਾਲ ਧਨ ਪਸ਼ੂ ਲੈ ਗਏ। ਪਿੰਡ ਵਾਲੇ ਉਹਨਾਂ ਦੇ ਪਿੱਛੇ ਦੌੜੇ, ਜਿਨ੍ਹਾਂ ਵਿੱਚ ਭਾਈ ਸੰਮਨ ਦਾ ਪੁੱਤਰ ਵੀ ਸੀ, ਜਿਸ ਨੇ ਧਾੜੀਆਂ ਦਾ ਨਿੱਠ ਕੇ ਪਿੱਛਾ ਕੀਤਾ, ਪਰ ਧਾੜੀਆਂ ਹੱਥੋਂ ਮਾਰਿਆ ਗਿਆ। ਭਾਈ ਜੀ ਬੇਟੇ ਦੀ ਲਾਸ਼ ਚੁੱਕ ਕੇ ਘਰ ਲਿਆਏ ਅਤੇ ਜਿਹੜਾ ਤੱਪੜ ਗੰਢ ਰਹੇ ਸੀ ਉਹ ਹੀ ਵਿਛਾਇਆ ਅਤੇ ਅੰਤਿਮ ਸੰਸਕਾਰ ਕਰ ਦਿੱਤਾ। ਭਾਈ ਕਪੂਰ ਦੇਵ ਨੇ ਕਿਹਾ, ਜੇ ਤੁਹਾਨੂੰ ਪਤਾ ਸੀ ਕਿ ਤੁਹਾਡੇ ਪੁੱਤਰ ਨੇ ਨਹੀਂ ਰਹਿਣਾ ਤਾਂ ਤੁਸੀਂ ਗੁਰੂ ਜੀ ਪਾਸੋਂ ਉਸ ਦੀ ਲੰਮੀ ਉਮਰ ਦੀ ਅਰਦਾਸ ਕਰਵਾ ਲੈਂਦੇ। ਭਾਈ ਸੰਮਨ ਜੀ ਨੇ ਆਖਿਆ ਕਿ ਸਰੀਰ ਦਾ ਬਿਨਸਣਾ ਅਚਰਜ ਨਹੀਂ ਬਲਕਿ ਅਟੱਲ ਹੈ। ਉਹ ਮੂਰਖ ਹਨ ਜੋ ਸਰੀਰ ਦੇ ਬਿਨਸਣ 'ਤੇ ਵਿਰਲਾਪ ਕਰਦੇ ਹਨ। ਸਰੀਰ ਦਾ ਬਿਨਸਣਹਾਰ ਹੈ। ਗੁਰੂ ਜੀ ਪਾਸੋਂ ਨਾਮ ਧਨ ਮੰਗਣਾ ਚਾਹੀਦਾ ਹੈ ਜੋ ਸਦਾ ਰਹਿਣ ਵਾਲਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਅਨੇਨ ਸਿੱਖ ਭਾਈ ਭਿਖਾਰੀ ਜੀ ਦੀ ਸਾਖੀ, ਜਿਸ ਦਾ ਜਵਾਨ ਬੇਟਾ ਵਿਆਹ ਵਾਲੀ ਰਾਤ ਹੀ ਗੁਜ਼ਰ ਗਿਆ ਸੀ, ਉਹਨਾਂ ਵੀ ਇਹੀ ਕਿਹਾ ਸੀ, ਵੇਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾ ਕੈ ਦੁੱਖ। ਅੰਗ 958। ਇਸੇ ਤਰ੍ਹਾਂ ਗੁਰੂ ਜੀ ਦੇ ਕਸ਼ਮੀਰੀ ਭਾਈ ਮਾਧੋ ਹੋਏ ਹਨ, ਜਿਨ੍ਹਾਂ ਦੀ ਸੇਵਾ ਸਿਮਰਨ ਵਿੱਚ ਕਸ਼ਮੀਰੀ ਪੰਡਤ ਇਹ ਕਹਿ ਕੇ ਵਿਘਨ ਪਾਉਂਦੇ ਸਨ ਕਿ ਸੰਸਕ੍ਰਿਤ ਦੇਵ ਬਾਣੀ ਹੈ ਅਤੇ ਗੁਰਬਾਣੀ ਮਨੁੱਖੀ। ਗੁਰੂ ਜੀ ਨੇ ਕਿਹਾ ਕਿ ਕਸ਼ਮੀਰ ਦੇ ਪੰਡਤ ਨਿਰੇ ਕਰਮਕਾਂਡੀ ਹਨ। ਤੁਸੀਂ ਕਸ਼ਮੀਰ ਵਿੱਚ ਜਾ ਕੇ ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ, ਸੰਗਤ ਵਿੱਚ ਜੁੜਨ, ਕੜਾਹ ਪ੍ਰਸ਼ਾਦ ਕਰਨ ਅਤੇ ਸਭ ਨੂੰ ਵਰਤਾਉਣ, ਗੁਰਪੁਰਬ ਮਨਾਉਣ, ਮਿੱਠਾ ਬੋਲਣ, ਨਿਵ ਚੱਲਣ, ਦਸਵੰਧ ਕੱਢਣ ਅਤੇ ਵੰਡ ਛਕਣ ਦੇੜ ਕਰਵਾਓ। ਭਾਈ ਮਾਧੋ ਜੀ ਨੇ ਸ੍ਰੀਨਗਰ ਪੁੱਜਦਿਆਂ ਧਰਮਸਾਲ ਬੱਧੀ ਅਤੇ ਗੁਰੂ ਜੀ ਦੇ ਉਪਦੇਸ਼ 'ਤੇ ਪਹਿਰਾ ਦੇਣਾ ਆਰੰਭ ਕੀਤਾ। ਪੰਡਿਤ ਕਿਹੜੇ ਚੁੱਪ ਬਹਿਣ ਵਾਲੇ ਸਨ, ਉਹ ਵੀ ਚਰਚਾ ਲਈ ਉੱਠ ਆਏ। ਭਾਈ ਜੀ ਨੇ ਕਿਹਾ ਕਿ ਘਿਓ ਭਾਵੇਂ ਮਿੱਟੀ ਦੇ ਬਰਤਨ ਵਿੱਚ ਹੋਵੇ ਜਾਂ ਭਾਵੇਂ ਸੋਨੇ ਦੇ ਵਿੱਚ, ਖਰੀਦਣ ਵਾਲਾ ਘਿਓ ਨੂੰ ਵੇਖਦਾ ਹੈ, ਬਰਤਨ ਨੂੰ ਨਹੀਂ। ਇਵੇਂ ਹੀ ਪ੍ਰਭੂ ਦਾ ਨਾਮ ਭਾਵੇਂ ਸੰਸਕ੍ਰਿਤ ਵਿੱਚ, ਭਾਵੇਂ ਆਪਣੀ ਨਿੱਤ ਦੀ ਬੋਲੀ ਵਿੱਚ ਲਿਆ ਜਾਵੇ, ਉਹ ਕਲਿਆਣ ਕਰਦਾ ਹੈ। ਇਸ ਤੋਂ ਇਲਾਵਾ ਵੇਦ ਪੜ੍ਹਨ ਨਾਲ ਚਤੁਰਾਈ ਪੈਦਾ ਹੁੰਦੀ ਹੈ, ਮਨ ਨੀਵਾਂ ਨਹੀਂ ਹੁੰਦਾ, ਜਦ ਕਿ ਗੁਰੂ ਦੇ ਸ਼ਬਦ ਨਾਲ ਮਨ ਨੀਵਾਂ ਹੁੰਦਾ ਹੈ। ਭਾਈ ਮਾਧੋ ਦੀ ਸੇਵਾ ਕਰਨੀ, ਕਥਨੀ, ਰਹਿਣੀ ਬਹਿਣੀ ਦੇ ਕਾਰਨ ਸ੍ਰੀਨਗਰ ਵਿਖੇ ਇੱਕ ਬਹੁਤ ਉੱਤਮ ਸੰਗਤ ਬਣ ਗਈ ਅਤੇ ਸ਼ਹਿਰ ਸਿੱਖੀ ਦਾ ਪ੍ਰਚਾਰ ਕੇਂਦਰ ਬਣ ਗਿਆ। ਇਸੇ ਸ੍ਰੀਨਗਰ ਦੇ ਹੀ ਭਾਈ ਅਲਮਸਤ, ਭਾਈ ਗੋਇੰਦਾ, ਭਾਈ ਬਾਲੂ ਹਸਨਾ ਅਤੇ ਭਾਈ ਫੂਲ ਸਨ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਜੀ ਦੀ ਰਹਿਨੁਮਾਈ ਵਿੱਚ ਬਾਬਾ ਗੁਰਦਿੱਤਾ ਜੀ ਦੀ ਵਿਉਂਤ ਅਨੁਸਾਰ 4 ਧੂਣੀਆਂ ਪ੍ਰਚਾਰ ਕੇਂਦਰ ਦੇ ਮੁਖੀਆਂ ਦੇ ਤੌਰ 'ਤੇ ਕੰਮ ਕੀਤਾ। ਇਸੇ ਤਰ੍ਹਾਂ ਥਨੇਸਰ ਵਿੱਚ ਭਾਈ ਨੰਦਾ ਵਿਠੜ ਅਤੇ ਸਾਮੀ ਦਾਸ ਸਿੱਖੀ ਦੇ ਲੋਅ ਰੋਸ਼ਨ ਕਰੀ ਬੈਠੇ ਸਨ। ਆਏ ਗਏ ਸਿੱਖ ਨੂੰ ਪ੍ਰਸ਼ਾਦਾ ਛਕਾਉਂਦੇ, ਸਰਦੀ ਵਿੱਚ ਗਰਮ ਪਾਣੀ ਨਾਲ ਪੈਰ ਧਵਾਉਂਦੇ ਅਤੇ ਲੋੜਵੰਦ ਨੂੰ ਬਿਸਤਰਾ ਵੀ ਦਿੰਦੇ। ਹਥਿਆਰ ਪਕੜਨ ਬਾਰੇ ਭਾਈ ਸਿਗਾਰੂ ਅਤੇ ਭਾਈ ਜੈਤਾ ਵੱਡੇ ਸੂਰਮੇ ਸਨ। ਉਹਨਾਂ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪਣੀ ਸ਼ਰਨ ਵਿੱਚ ਰੱਖੋ। ਗੁਰੂ ਜੀ ਨੇ ਆਖਿਆ, ਅਸੀਂ ਹਥਿਆਰ ਪਕੜਨੇ ਜ਼ਰੂਰ ਹਨ, ਪਰ ਗੁਰੂ ਹਰਗੋਬਿੰਦ ਜੀ ਦੇ ਰੂਪ ਵਿੱਚ ਹੀ ਪਕੜਨੇ ਹਨ। ਸ਼ਸਤਰਾਂ ਦੀ ਵਿੱਦਿਆ ਕਰਕੇ ਮੀਰ ਦੀ ਮੀਰੀ ਅਤੇ ਸ਼ਬਦ ਨਾਲ ਪ੍ਰੀਤ ਕਰਕੇ ਪੀਰ ਦੀ ਪੀਰੀ ਲੈ ਲੈਣੀ ਹੈ। ਤੁਸੀਂ ਹਰਗੋਬਿੰਦ ਜੀ ਦੇ ਸ਼ਰਨ ਵਿੱਚ ਰਹਿਣਾ। ਸਪਸ਼ਟ ਤੌਰ 'ਤੇ ਗੁਰੂ ਅਰਜਨ ਦੇਵ ਜੀ ਭਵਿੱਖਬਾਣੀ ਹੀ ਕਰ ਰਹੇ ਸਨ। ਜਦ ਭਾਈ ਕਾਲੂ ਸੂਰਮਾ ਨੇ ਪੁੱਛਿਆ ਕਿ ਜੋ ਰਣ ਤੱਤੇ ਵਿੱਚ ਜੂਝ ਮਰਦੇ ਹਨ, ਉਹਨਾਂ ਨੂੰ ਕਿਸ ਪਦ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਜੀ ਨੇ ਆਖਿਆ, ਜੋ ਵੀਰਤਾ ਨਾਲ ਜੂਝਦਾ ਹੈ, ਸ਼ਤਰੂ ਨੂੰ ਮਾਰਨ ਜਾਂ ਆਪਸੀ ਦੀ ਪਾਉਣ ਵੇਲੇ ਸਤਿਨਾਮ ਨੂੰ ਯਾਦ ਰੱਖਦਾ ਹੈ, ਉਸ ਨੂੰ ਪਰਮ ਪਦ ਪ੍ਰਾਪਤ ਹੁੰਦਾ ਹੈ। ਸ਼ਸਤਰਧਾਰੀ ਸੂਰਮੇ ਦਾ ਧਰਮ ਹੈ ਉਹ ਕਦੀ ਪਿੱਠ ਨਾ ਦਿਖਾਏ। ਜਦ ਇੱਕ ਪ੍ਰਸਿੱਧ ਸੂਰਮੇ ਗੰਗਾ ਸਹਿਗਲ, ਜੋ ਮੁਗਲ ਸੈਨਾ ਵਿੱਚ ਵੱਡਾ ਅਫਸਰ ਸੀ, ਨੇ ਗੁਰੂ ਜੀ ਦੇ ਚਰਨ ਪਰਸੇ ਤਾਂ ਗੁਰੂ ਜੀ ਨੇ ਵਚਨ ਕੀਤੇ ਕਿ ਤੇਰੇ ਵਰਗੇ ਸੂਰਮੇ ਨੂੰ ਮੁਗਲ ਸੈਨਾ ਵਿੱਚ ਨੌਕਰੀ ਨਹੀਂ ਕਰਨੀ ਸ਼ੋਭਦੀ। ਜੇ ਰੋਜੀ ਲਈ ਨੌਕਰੀ ਕਰਨ ਦੀ ਲੋੜ ਹੈ ਤਾਂ ਗੁਰੂ ਹਰਗੋਬਿੰਦ ਜੀ ਪਾਸ ਜਾ ਰਹਿਣਾ। ਚਿੱਤਾਂ ਵਾਰਾਂ ਦੇ ਭਰਮ ਬਾਰੇ ਇੱਕ ਦਿਨ ਗੁਰੂ ਜੀ ਨੇ ਇੱਕ ਬ੍ਰਾਹਮਣ ਨੂੰ ਲੰਕਾ ਜਾਣ ਲਈ ਕੁਝ ਖਰਚਾ ਦਿੱਤਾ ਕਿ ਉੱਥੋਂ ਪੁਰਾਣ ਸੰਗਲੀ ਦੀ ਪੋਥੀ ਲਿਆਵੇ। ਬ੍ਰਾਹਮਣ ਖਰਚਾ ਲੈ ਕੇ ਬਹੁਤ ਖੁਸ਼ ਹੋਇਆ, ਪਰ ਜਦੋਂ ਲੰਕਾ ਵੱਲ ਜਾਣ ਲੱਗਾ ਤਾਂ ਇੱਕ ਗਧਾ ਹੀਂਗਣ ਲੱਗ ਪਿਆ, ਤਾਂ ਉਹ ਅਪਸ਼ਗਨ ਸਮਝ ਕੇ ਵਾਪਸ ਮੁੜ ਆਇਆ। ਫਿਰ ਗੁਰੂ ਜੀ ਨੇ ਪੈੜਾ ਕੋਹਲੀ ਨੂੰ ਲੰਕਾ ਜਾਣ ਦੀ ਆਗਿਆ ਕੀਤੀ। ਉਹ ਗੁਰੂ ਜੀ ਪਾਸੋਂ 5 ਪੈਸੇ ਦੀ ਅਸੀਸ ਲੈ ਕੇ ਤੁਰੰਤ ਚੱਲ ਪਿਆ। ਗੁਰੂ ਜੀ ਨੇ ਬ੍ਰਾਹਮਣ ਨੂੰ ਆਖਿਆ, ਜੋ ਅਨੇਨ ਭਗਤ ਹੁੰਦੇ ਹਨ ਉਹ ਅਰਦਾਸ ਕਰਕੇ ਤੁਰ ਪੈਂਦੇ ਹਨ, ਚਿੱਤਾਂ ਵਾਰਾਂ ਅਤੇ ਭਰਮ ਦੇ ਵਿੱਚ ਨਹੀਂ ਪੈਂਦੇ। ਵਾਹਿਗੁਰੂ ਆਪ ਬਰਕਤ ਪਾਉਂਦਾ ਹੈ। ਸੱਚ ਦਾ ਪੱਲਾ ਫੜਨਾ। ਇੱਕ ਵਾਰ ਦੁਆਬੇ ਦੇ ਬਹੁਤ ਸਾਰੇ ਚੌਧਰੀ ਭਾਈ ਪੁਰੀਆ ਅਤੇ ਭਾਈ ਚੂਹੜ ਦੀ ਅਗਵਾਈ ਹੇਠ ਦਰਸ਼ਨਾਂ ਨੂੰ ਆਏ। ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਉਹਨਾਂ ਦਾ ਕਲਿਆਣ ਕਿਵੇਂ ਹੋਵੇ। ਗੁਰੂ ਜੀ ਨੇ ਕਿਹਾ, ਝੂਠ ਦਾ ਲਾੜ ਛੱਡ ਦਿਓ। ਚੌਧਰੀਆਂ ਨੇ ਇਕਬਾਲ ਕੀਤਾ ਕਿ ਚੌਧਰ ਵਿੱਚ ਝੂਠ ਤਾਂ ਬੋਲਣਾ ਹੀ ਪੈਂਦਾ ਹੈ। ਗੁਰੂ ਜੀ ਨੇ ਕਿਹਾ ਕਿ ਝੂਠ ਜਿੰਨਾ ਮਰਜ਼ੀ ਬੋਲੋ, ਪਰ ਸੰਗਤ ਵਿੱਚ ਜਾ ਕੇ ਦੱਸ ਦਿਆ ਕਰੋ। ਕੁਝ ਚਿਰ ਇੰਝ ਕਰਦੇ ਰਹੇ, ਪਰ ਇਸ ਨਾਲ ਸੰਗਤ ਵਾਲੇ ਉਸ ਸ਼ਰਮ ਮਹਿਸੂਸ ਬਹੁਤ ਹੋਈ ਅਤੇ 5-6 ਮਹੀਨਿਆਂ ਵਿੱਚ ਹੀ ਝੂਠ ਤਿਆਗ ਕੇ ਸੱਚ ਦਾ ਪੱਲਾ ਫੜ ਲਿਆ। ਨਾਮ ਦਾ ਨਿਸ਼ਾਨ। ਭਾਈ ਪੈੜਾ, ਛੱਜਲ ਅਤੇ ਕੱਦੂ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਅੰਮ੍ਰਿਤਸਰ ਦੀ ਇਤਨੀ ਮਹਾਨਤਾ ਦਰਸਾਉਂਦੇ ਹੋ, ਇਸ ਦਾ ਕੀ ਕਾਰਨ ਹੈ। ਗੁਰੂ ਜੀ ਨੇ ਉੱਤਰ ਦਿੱਤਾ ਕਿ ਬਾਕੀ ਤੀਰਥਾਂ 'ਤੇ ਨਾਮ ਸਿਮਰਨ ਰੁਕ ਗਿਆ ਸੀ,
ਸ਼ਬਦ ਦੀ ਵਿਚਾਰ ਅੰਮ੍ਰਿਤਸਰ ਹੀ ਹੁੰਦੀ ਹੈ, ਜਿਸ ਸਦਕਾ ਗੁਰਮਤਿ ਦ੍ਰਿੜ ਹੁੰਦੀ ਹੈ ਅਤੇ ਜਿਸ ਦੇ ਫਲ ਸਰੂਪ ਰੁਕਿਆ ਸਿਮਰਨ ਚੱਲ ਪੈਂਦਾ ਹੈ। ਜਿੱਥੇ ਬਾਕੀ ਥਾਵਾਂ 'ਤੇ ਕਰਮਕਾਂਡ ਅਤੇ ਦਾਨ ਪੁੰਨ ਪ੍ਰਧਾਨ ਹਨ, ਜਿਸ ਨਾਲ ਹੰਕਾਰ ਉਪਜਦਾ ਹੈ। ਇਸੇ ਤਰ੍ਹਾਂ ਭਾਈ ਢੇਸੀ ਅਤੇ ਭਾਈ ਜੋਧ ਜੀ ਨੂੰ ਗੁਰੂ ਜੀ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਵਿੱਚ ਇੱਕ ਜਹਾਜ਼ ਦੀ ਨਿਆਈ ਹੈ, ਜਿਸ ਦਾ ਨਾਮ ਹੀ ਮਲਾਹ ਹੈ। ਨਾਮ ਬਾਣੀ ਦੀ ਮਰਿਆਦਾ। ਇੱਕ ਵਾਰ ਭਾਈ ਸੇਠਾ ਗੋਵੰਦਾ ਅਤੇ ਸੁਭਾਗਾ ਜੀ ਨੇ ਪੁੱਛਿਆ ਕਿ ਜਨਮ 'ਤੇ ਤਾਂ ਆਨੰਦ ਸਾਹਿਬ ਦਾ ਪਾਠ ਕਰਨ ਦਾ ਹੁਕਮ ਹੈ, ਮਰਨ ਪਿੱਛੋਂ ਕੀ ਕਰਨਾ ਚਾਹੀਦਾ ਹੈ। ਨਾਨਾ ਗੁਰੂ ਅਮਰਦਾਸ ਜੀ ਦਾ ਹਵਾਲਾ ਦਿੰਦਿਆਂ ਗੁਰੂ ਜੀ ਨੇ ਉਹਨਾਂ ਦੀ ਆਗਿਆ ਦੁਹਰਾਈ ਅਤੇ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸੋਗ ਨਹੀਂ ਕਰਨਾ, ਅਰਦਾਸ ਕਰਕੇ ਦਾਹ ਸੰਸਕਾਰ ਕਰ ਦੇਣਾ ਅਤੇ ਕੜਾਹ ਪ੍ਰਸ਼ਾਦ ਵਰਤਾ ਦੇਣਾ। ਗੁਰੂ ਗ੍ਰੰਥ ਸਾਹਿਬ ਦੀ ਭੀੜ ਉਸ ਸਮੇਂ ਸੰਪਾਦਨ ਹੋ ਚੁੱਕੀ ਸੀ। ਵਰਤ ਰੱਖਣ ਬਾਰੇ। ਸਿੱਖਾਂ ਦਾ ਤਾਂ ਰੋਜ਼ ਹੀ ਵਰਤ ਹੈ, ਕਿਉਂਕਿ ਉਹ ਸੰਜਮ ਨਾਲ ਆਹਾਰ ਕਰਦੇ ਹਨ। ਬ੍ਰਾਹਮਣੀ ਰੀਤ ਬਿਲਕੁਲ ਨਹੀਂ ਕਰਨੀ। ਜਿੱਥੇ ਬ੍ਰਾਹਮਣ ਤਨ ਦਾ ਅਭਿਮਾਨੀ ਹੈ, ਸਿੱਖ ਆਤਮ ਗਿਆਨੀ ਹੈ। ਹਰਿਮੰਦਰ ਸਾਹਿਬ ਦੀ ਸਥਾਪਨਾ। ਡਾਕਟਰ ਗੰਡਾ ਸਿੰਘ ਅਤੇ ਪ੍ਰੋਫੈਸਰ ਤੇਜਾ ਸਿੰਘ ਲਿਖਦੇ ਹਨ ਕਿ ਜਿੱਥੇ ਮੁਗਲ ਬਾਦਸ਼ਾਹ ਵੱਡੇ ਉਸਰਈਏ ਸਨ, ਗੁਰੂ ਘਰ ਵੀ ਇਸ ਪੱਖੋਂ ਕੋਈ ਘੱਟ ਨਹੀਂ ਸੀ। ਜਦ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਇਆ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਉਸਾਰੀ ਕੀਤੀ ਅਤੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਗੁਰੂ ਅਰਜਨ ਦੇਵ ਜੀ ਤਾਂ ਉਸਾਰੀ ਦੇ ਕਾਰਜਾਂ ਵਿੱਚ ਲੱਗੇ ਹੀ ਰਹਿੰਦੇ ਸਨ, ਜਿਵੇਂ ਅੰਮ੍ਰਿਤਸਰ ਦੀ ਉਸਾਰੀ ਵਿੱਚ ਵਾਧਾ ਕਰਨਾ, ਤਰਨਤਾਰਨ, ਕਰਤਾਰਪੁਰ, ਜਲੰਧਰ ਉਸਾਰਨੇ, ਅੰਮ੍ਰਿਤਸਰ, ਸੰਤੋਖਸਰ, ਰਾਮਸਰ, ਗੁਰੂ ਦਾ ਖੂਹ, ਤਰਨਤਾਰਨ, ਕੋਹੜੀ ਘਰ, ਤਰਨਤਾਰਨ, ਬੀਬੀ ਭਾਨੀ ਦਾ ਖੂਹ, ਛੇਹਰਟਾ, ਗੰਗਾਸਰ ਕੂਆ, ਕਰਤਾਰਪੁਰ, ਦੀਵਾਨਖਾਨੇ ਲਾਹੌਰ, ਅੰਮ੍ਰਿਤਸਰ, ਕਰਤਾਰਪੁਰ, ਗੁਰੂ ਕਾ ਮਹਿਲ ਅੰਮ੍ਰਿਤਸਰ ਅਤੇ ਸ਼ੀਸ਼ ਮਹਿਲ ਕਰਤਾਰਪੁਰ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ ਕਿ ਇਹ ਤਾਜ ਮਹਿਲ ਦੀ ਉਸਾਰੀ ਉੱਤੇ 9 ਸਾਲ ਲੱਗੇ, ਜਿੱਥੇ 2200 ਮਜ਼ਦੂਰਾਂ ਤੋਂ ਦਿਨ ਰਾਤ ਜਬਰਨ ਕੰਮ ਕਰਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਦਰਬਾਰ ਸਾਹਿਬ ਜਿਹਾ ਭਵਨ ਉਸਾਰਨਾ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। ਇਸ ਦੀ ਉਸਾਰੀ ਵਿੱਚ ਅਣਗਿਣਤ ਸਿੱਖ ਸ਼ਰਧਾਲੂਆਂ ਨੇ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਆਪਣਾ ਯੋਗਦਾਨ ਪਾਇਆ। ਇਸ ਦੀਆਂ ਨੀਹਾਂ ਸ਼ਰਧਾ, ਪ੍ਰੇਮ ਅਤੇ ਸੰਤੋਖ ਉੱਤੇ ਖੜ੍ਹੀਆਂ ਸਨ, ਪਰ ਇਸ ਦਾ ਤਰਲ ਰੇਤਲਾ ਹੋਣ ਕਾਰਨ ਜਲ ਜਲਦੀ ਥੱਲੇ ਜੀਰ ਜਾਂਦਾ ਸੀ। ਇਸ ਉਣਤਾਈ ਨੂੰ ਠੀਕ ਕਰਨ ਲਈ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਸੰਤੋਖਸਰ ਦੀ ਕਾਰ ਵੀ ਪਾਈ ਗਈ, ਤਾਂ ਜੋ ਅੰਮ੍ਰਿਤ ਸਰੋਵਰ ਦਾ ਜਲ ਧਰਤੀ ਵਿੱਚ ਜਜ਼ਬ ਨਾ ਹੋ ਸਕੇ। ਸੰਤੋਖਸਰ ਦੀ ਮਿੱਟੀ ਚੀਕਣੀ ਸੀ, ਇਸ ਲਈ ਅੰਮ੍ਰਿਤਸਰ ਦਾ ਰੇਤਾ ਕੱਢ ਕੇ ਕਾਫੀ ਡੂੰਘਾਈ ਤੱਕ ਚੀਕਣੀ ਮਿੱਟੀ ਭਰੀ ਗਈ ਅਤੇ ਇਸ ਉੱਤੇ ਪੱਕੀਆਂ ਪੌੜੀਆਂ ਉਸਾਰੀਆਂ ਗਈਆਂ। ਅੰਮ੍ਰਿਤਸਰ ਦੇ ਸੰਪੂਰਨ ਹੋ ਜਾਣ 'ਤੇ ਇੱਕ ਪੱਕਾ ਪੁਲ ਸੁਰਗ ਕਿਆਰੀਆਂ 'ਤੇ ਬਣਾ ਦਿੱਤਾ ਗਿਆ ਸੀ ਅਤੇ ਇੱਕ ਥੜਾ ਵੀ ਉਸਾਰ ਦਿੱਤਾ ਗਿਆ ਸੀ, ਜਿਸ ਉੱਤੇ ਅੰਮ੍ਰਿਤ ਵੇਲੇ ਦੀਵਾਨ ਲੱਗ ਪਿਆ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਥੜੇ ਉੱਤੇ ਹਰਿਮੰਦਰ ਸਾਹਿਬ ਉਸਾਰਨ ਦਾ ਫੈਸਲਾ ਕੀਤਾ। ਉਹ ਇੱਕ ਸਰਬਸੰਗ ਦਾ ਮੰਦਰ ਉਸਾਰਨਾ ਚਾਹੁੰਦੇ ਸਨ। ਸਿੱਖਾਂ ਦੀ ਭਗਤਮਾਲਾ ਵਿੱਚ ਲਿਖਿਆ ਹੈ ਕਿ ਇਸ ਬਾਰੇ ਗੁਰੂ ਅਮਰਦਾਸ ਜੀ ਦੇ ਹੁਕਮ ਕਰ ਗਏ ਸਨ ਕਿ ਅੰਮ੍ਰਿਤਸਰ ਵਿੱਚ ਇੱਕ ਹੀ ਭਵਨ ਰਚਣਾ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ। ਇੱਥੇ ਹਰ ਵੇਲੇ ਗੁਰਬਾਣੀ ਕੀਰਤਨ ਹੀ ਹੁੰਦਾ ਰਹੇ ਅਤੇ ਹੋਰ ਕੋਈ ਗਤੀਵਿਧੀ ਨਾ ਚਲਾਈ ਜਾਵੇ। ਕੀਰਤਨ ਅਤੇ ਹਰੀ ਸਿਮਰਨ ਹੀ ਹੋਵਣ, ਜਿਸ ਨਾਲ ਬੰਧਨ ਨਾਸ ਹੋ ਜਾਵਣ। ਗੁਰੂ ਅਰਜਨ ਦੇਵ ਜੀ ਦੀ ਸੋਚ ਸੀ ਕਿ ਮੰਦਰ ਦੇ ਚਾਰੇ ਦਰਵਾਜ਼ੇ ਹੋਵਣ, ਅਰਥਾਤ ਚਾਰੇ ਵਰਨਾਂ ਲਈ ਇਹ ਸਾਂਝਾ ਹੋਵੇ। ਕੋਈ ਵੀ ਦਰਵਾਜ਼ਾ ਕਿਸੇ ਖਾਸ ਕੂਟ ਵਿੱਚ ਨਾ ਹੋਵੇ। ਜਿਵੇਂ ਹਰ ਕੀ ਪੌੜੀ ਵਾਲਾ ਦਰਵਾਜ਼ਾ ਦੱਖਣ ਪੂਰਬ ਵੱਲ, ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲਾ ਦਰਵਾਜ਼ਾ ਦੱਖਣ ਪੱਛਮ ਵੱਲ ਹੈ, ਦਰਸ਼ਨੀ ਦਰਵਾਜ਼ਾ ਉੱਤਰ ਪੱਛਮ ਅਤੇ ਘੰਟਾਘਰ ਵਾਲਾ ਦਰਵਾਜ਼ਾ ਉੱਤਰ ਪੂਰਬ ਵੱਲ ਹੈ। ਉਸ ਵੇਲੇ ਕੋਈ ਪੂਰਬ ਨੂੰ ਪੂਜਦਾ ਸੀ ਅਤੇ ਕੋਈ ਪੱਛਮ ਨੂੰ ਪੂਜਦਾ ਸੀ। ਅਜਿਹੇ ਵਿਸ਼ਵਾਸਾਂ ਨੂੰ ਦੂਰ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਸੀ। 4 ਪ੍ਰਤੀਕ ਸੀ, 4 ਪਦਾਰਥਾਂ ਦਾ, 4 ਵਰਨਾਂ ਦਾ, 4 ਚੱਕਾਂ ਦਾ, 4 ਆਸ਼ਰਮਾਂ ਦਾ, 4 ਮੁਕਤੀਆਂ ਦਾ, 4 ਵੇਦਾਂ ਦਾ ਆਦਿ। ਗਿਆਨੀ ਗਿਆਨ ਸਿੰਘ ਅਨੁਸਾਰ ਚਾਰਾਂ ਪਾਸਿਆਂ ਤੋਂ ਸੰਗਤਾਂ ਆਉਂਦੀਆਂ ਰਹਿੰਦੀਆਂ ਸਨ, ਚਾਰੇ ਫਲ ਮਿਲਦੇ ਹਨ। 4 ਪਹਿਰ 4 ਅੱਖਰਾਂ ਵਾਹਿਗੁਰੂ ਦਾ ਨਾਮ ਜਾਪ ਹੁੰਦਾ ਰਹਿੰਦਾ ਸੀ। ਚਾਰੇ ਆਸ਼ਰਮ ਹਰੀ ਦੇ ਧਿਆਨ ਵਿੱਚ ਜੁੜਦੇ ਸਨ। 4 ਸੰਪਰਦਾਵਾਂ ਜੋਗੀ, ਸੰਨਿਆਸੀ, ਉਦਾਸੀ, ਨਿਰਮਲੇ ਆਦਿ ਸਿਰ ਝੁਕਾਉਂਦੇ ਹਨ। ਦੂਜੇ ਹਰਿਮੰਦਰ ਸਾਹਿਬ ਪਾਣੀ ਦੀ ਸਤਹ 'ਤੇ ਹੀ ਬਿਠਾਇਆ ਗਿਆ ਹੈ, ਖਿੜੇ ਹੋਏ ਕਮਲ ਫੁੱਲ ਵਾਂਗ ਲੱਗਦਾ ਹੈ, ਜਿਸ ਦੇ ਦਰਸ਼ਨ ਕਰਕੇ ਹਰ ਇੱਕ ਦੇ ਹਿਰਦੇ ਦਾ ਫੁੱਲ ਖਿੜ ਜਾਂਦਾ ਹੈ। ਤੀਜੇ ਇਹ ਜਾਣ-ਬੁੱਝ ਕੇ ਨੀਵੇਂ ਥਾਂ ਬਣਾਇਆ ਗਿਆ ਹੈ, ਤਾਂ ਜੋ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਪਹਿਲਾਂ ਹੀ ਮਨ ਨਿਮਰਤਾ ਦੀ ਭਾਵਨਾ ਵਿੱਚ ਚਲਾ ਜਾਵੇ। ਗੁੰਬਦ ਵੀ ਬੈਠਵਾਂ ਰੱਖਿਆ ਗਿਆ ਹੈ, ਜੋ ਨਿਮਰਤਾ ਦਾ ਪ੍ਰਤੀਕ ਹੈ। ਇਸ ਦੇ ਉਲਟ ਅਕਾਲ ਤਖ਼ਤ ਸਾਹਿਬ ਦਾ ਗੁੰਬਦ ਖੜ੍ਹਾ ਹੈ ਅਤੇ ਸਿੱਧਾ ਹੈ, ਜੋ ਅਣਖ ਅਤੇ ਜੋਰਲ ਹੌਂਸਲਾ ਦਾ ਪ੍ਰਤੀਕ ਹੈ। ਅੰਮ੍ਰਿਤਸਰ ਸਾਹਿਬ ਦੇ ਗੁੰਬਦ ਦੇ ਕਵਲ ਫੁੱਲ ਉਲਟਾ ਰੱਖਿਆ ਗਿਆ ਹੈ। ਦੁਨੀਆ ਕਵਲ ਨੂੰ ਸਿੱਧਾ ਰੱਖਦੀ ਹੈ ਅਤੇ ਇਸ ਵਿੱਚ ਲਕਸ਼ਮੀ ਦਿਖਾਉਂਦੀ ਸੀ, ਪਰ ਜਦੋਂ ਅੰਮ੍ਰਿਤ ਝਰ-ਝਰ ਕਰ ਰਿਹਾ ਹੋਵੇ ਤਾਂ ਲਕਸ਼ਮੀ ਮਾਇਆ ਪਿੱਛੇ ਲੱਗੀ ਫਿਰਦੀ ਹੈ। ਕਵਲ ਨੂੰ ਉਲਟਾਉਣਾ ਹੀ ਹਰੀ ਨੂੰ ਪਾਉਣਾ ਹੈ। ਚੌਥੇ ਹਰਿਮੰਦਰ ਜੀਵਨ ਦਾ ਲਖਾਇਕ ਹੈ। ਇਸ ਦੀ ਪੱਚੀਕਾਰੀ, ਮੀਨਾਕਾਰੀ ਅਤੇ ਚਿੱਤਰਕਾਰੀ ਜੀਵਨ ਦਰਸਾਉਂਦੀ ਹੈ, ਕਿਉਂਕਿ ਇਸ ਛੋਟੇ ਤੋਂ ਛੋਟੇ ਪੱਥਰ ਦੇ ਟੁਕੜੇ ਨੂੰ ਤਰਾਸ਼ ਬਣਾ ਕੇ ਜੜਿਆ ਗਿਆ ਹੈ। ਇਸ ਤਰ੍ਹਾਂ
ਜੀਵਨ ਦੀ ਪੱਚੀਕਾਰੀ ਵਾਂਗ ਸਹਿਜੇ ਸਹਿਜੇ ਤਰਾਸ਼ ਕੇ ਬਣਾਇਆ ਜਾਂਦਾ ਹੈ। ਇਸ ਵਿੱਚ 14 ਕਿਸਮਾਂ ਦੇ ਪੱਥਰ ਵਰਤੇ ਗਏ ਹਨ। ਬਾਰੀਆਂ ਇਸ ਢੰਗ ਨਾਲ ਰੱਖੀਆਂ ਗਈਆਂ ਹਨ ਕਿ ਮਾੜੀ ਮਾੜੀ ਹਵਾ ਰੁੰਕਦੀ ਰਹਿੰਦੀ ਹੈ। ਗਰਮੀਆਂ ਵਿੱਚ ਹੁੰਮਸ ਨਹੀਂ ਹੁੰਦਾ ਅਤੇ ਸਰਦੀਆਂ ਵਿੱਚ ਠੰਡ ਨਹੀਂ ਲੱਗਦੀ। ਪਰਸੀ ਬਰਾਊਨ ਨੇ ਇਹਨਾਂ ਬਾਰੀਆਂ ਜੋ ਮੋੜਵੀਆਂ ਬੈਰੈਕਟਾਂ, ਬੈਠ ਹੋਏ ਗੁੰਬਦਾਂ ਅਤੇ ਵਾਧੀਆਂ ਮਿਹਰਾਬਾਂ ਦੇ ਸੁਰੰਗ ਨਿਆਈ ਫਾੜੀਆਂ ਦੀ ਸ਼ਕਲ ਦੀਆਂ ਬਣਾਈਆਂ ਹਨ, ਉਚੇਚਾ ਜ਼ਿਕਰ ਕਰਦਾ ਹੈ। ਦਰਸ਼ਨੀ ਡਿਓੜੀ ਤੋਂ ਹਰਿਮੰਦਰ ਸਾਹਿਬ ਤੱਕ ਦੇ ਪੁਲ ਦੀ ਲੰਬਾਈ 84 ਕਦਮ ਹੈ। ਭਾਵ ਹੈ ਕਿ ਜੋ ਮਨ ਨੂੰ ਕਾਬੂ 'ਚ ਰੱਖ ਸ਼ਬਦ ਕੀਰਤਨ ਸੁਣੇਗਾ ਉਸ ਦੀ 84 ਕੱਟੀ ਜਾਵੇਗੀ। ਹਰ ਕੀ ਪੌੜੀ ਦਾ ਭਾਵ ਹੈ ਕਿ ਇਹੀ ਹੈ, ਹੋਰ ਤੀਰਥਾਂ 'ਤੇ ਜਾਣ ਦਾ ਖਿਆਲ ਹਟ ਜਾਵੇ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਅੰਮ੍ਰਿਤਸਰ ਮਾਨਸਰੋਵਰ ਕੀਤਾ ਹੈ ਅਤੇ ਹਰਿਮੰਦਰ ਜੀ ਜਹਾਜ਼ ਬਣਾਇਆ ਹੈ, ਜਿਸ ਦਾ ਬਾਦਬਾ ਵਾਹਿਗੁਰੂ ਹੈ ਅਤੇ ਮਲਾਹ ਸ਼ਬਦ ਗੁਰੂ। ਇੱਥੇ ਕਦੇ ਕੋਈ ਬਗਲਾ ਜਾਂ ਡੱਡੂ ਨਹੀਂ ਡਿੱਠਾ। ਇਸ ਹਰਿਮੰਦਰ ਸਾਹਿਬ ਦੀ ਨੀਂਹ ਜਨਵਰੀ 3, 1597 ਈਸਵੀ ਨੂੰ ਗੁਰੂ ਜੀ ਨੇ ਪ੍ਰਸਿੱਧ ਸੂਫੀ ਫਕੀਰ ਮੀਆਂ ਮੀਰ ਜੀ ਕੋਲੋਂ ਰਖਵਾਈ ਸੀ। ਬੂਟੇ ਸ਼ਾਹ ਅਤੇ ਸੋਹਣ ਲਾਲ ਸੂਰੀ, ਉਮਦਾਤ ਉਲ ਤਵਾਰੀਖ ਵੀ ਇਸ ਦੀ ਤਾਈਦ ਕਰਦੇ ਹਨ। ਹਰਿਮੰਦਰ ਸਾਹਿਬ ਦੀ ਬਣਤਰ ਇਹ ਪ੍ਰਗਟ ਕਰਦੀ ਹੈ ਕਿ ਇਹ ਮੁੱਖ ਤੌਰ 'ਤੇ ਉਸ ਸਮੇਂ ਦੀ ਮੁਗਲ ਆਰਕੀਟੈਕਚਰ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ, ਪਰ ਇਸ ਦੀ ਵੇਰਵੇ ਸਹਿਤ ਬਣਤਰ ਸਾਰੀ ਗੁਰੂ ਅਰਜਨ ਦੇਵ ਜੀ ਦੀ ਆਪਣੀ ਕਾਢ ਹੈ। ਉਹਨਾਂ ਇਮਾਰਤ ਦਾ ਮੁਕੰਮਲ ਚੌਕਿਰਦਾ 2 ਛੱਤਾਂ ਰੱਖਿਆ, ਪਰ ਕੇਂਦਰੀ ਪ੍ਰਕਾਸ਼ ਸਥਾਨ ਨੂੰ ਇੱਕ ਛੱਤਾਂ ਰੱਖ ਕੇ ਉੱਪਰ ਜਾ ਕੇ ਬੈਠ ਕੇ ਗੁੰਬਦ ਦੀ ਸ਼ਕਲ ਦੇ ਦਿੱਤੀ ਗਈ ਅਤੇ ਇਸ ਉੱਤੇ ਕਮਲ ਦਾ ਫੁੱਲ ਉਲਟਾ ਰੱਖਿਆ ਦਿਖਾਈ ਦਿੰਦਾ ਹੈ। ਗੁਰੂ ਜੀ ਦੀ ਵੇਰਵੇ ਸਹਿਤ ਸੋਚ ਬਾਰੇ ਅਸੀਂ ਪਹਿਲਾਂ ਹੀ ਦੱਸ ਆਏ ਹਾਂ, ਪਰ ਉਹਨਾਂ ਦੀ ਸਮੁੱਚੀ ਸੋਚ ਕੀ ਸੀ, ਇਸ ਬਾਰੇ ਉਹ ਆਪ ਹੀ ਜਾਣਦੇ ਸਨ। ਇਸ ਦੀ ਉਸਾਰੀ ਕਰਨ ਬਾਰੇ ਗੁਰੂ ਜੀ ਨੇ ਕਾਰੀਗਰਾਂ ਨੂੰ ਮੁੱਢਲੀਆਂ ਗੱਲਾਂ ਸਮਝਾ ਦਿੱਤੀਆਂ ਸਨ ਅਤੇ ਕਾਰੀਗਰਾਂ ਦੀ ਅਗਵਾਈ ਲਈ ਗੁਰੂ ਜੀ ਲਾਚੀ ਬੇਰੇਠਾ ਬੈਠ ਸਾਰੇ ਪਾਸੇ ਨਜ਼ਰ ਰੱਖਦੇ ਸਨ ਅਤੇ ਖਾਸ ਕਰਕੇ ਹਰਿਮੰਦਰ ਦੀ ਉਸਾਰੀ ਦੀ ਪੈਰ ਪੈਰ 'ਤੇ ਅਗਵਾਈ ਲਈ ਉਪਲਬਧ ਰਹਿੰਦੇ ਸਨ। ਵਧੇਰੇ ਪ੍ਰਬੰਧ ਅਤੇ ਆਈਆਂ ਸੰਗਤਾਂ ਦੇ ਸੁੱਖ ਆਰਾਮ ਲਈ ਆਪ ਜੀ ਨੇ ਭਾਈ ਉਮਰਾ ਸ਼ਾਹ, ਭਾਈ ਜੇਠਾ, ਭਾਈ ਪੁਰਾਣਾ ਨੂੰ ਨਿਯਤ ਕੀਤਾ ਹੋਇਆ ਸੀ, ਜਦ ਕਿ ਬਾਬਾ ਬੁੱਢਾ ਸਾਹਿਬ ਜੀ ਬੇਰ ਥੱਲੇ ਬੈਠ ਕੇ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਵੱਲ ਧਿਆਨ ਦਿੰਦੇ ਸਨ। ਜਿਸ ਰਫਤਾਰ ਨਾਲ ਸਾਰਾ ਕੰਮ ਚੱਲ ਰਿਹਾ ਸੀ, ਉਸ ਲਈ ਮਾਇਆ ਦੀ ਬਹੁਤ ਲੋੜ ਸੀ, ਜਿਸ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਜੀ ਨੇ ਭਾਈ ਕਲਿਆਣਾ ਨੂੰ ਮੰਡੀ, ਭਾਈ ਆਦਮ ਨੂੰ ਮਲਵਾ, ਭਾਈ ਲੰਗਾਹ ਨੂੰ ਮਾਝਾ, ਭਾਈ ਭੱਟੜ ਅਤੇ ਭਾਈ ਤਾਰੋ ਨੂੰ ਪੂਰਬ ਵੱਲ ਭੇਜਿਆ ਕਿ ਜਾ ਕੇ ਸੰਗਤਾਂ ਨੂੰ ਸੁਚੇਤ ਵੀ ਕਰਨ ਅਤੇ ਦਸਵੰਧ ਦੀ ਰਕਮ ਵੀ ਭਿਜਵਾਉਣ, ਜਿਸ ਦੀ ਮਰਿਆਦਾ ਆਪ ਜੀ ਨੇ ਪਹਿਲਾਂ ਹੀ ਬੰਨ੍ਹੀ ਹੋਈ ਸੀ। ਇਸ ਨਾਲ ਬੱਝਵੀਂ ਭੇਟਾ ਗੁਰੂ ਦਰਬਾਰ ਆਉਣ ਲੱਗ ਪਈ। ਦਬਿਸਤਾਨ-ਏ-ਮਜ਼ਾਹਿਬ ਦੇ ਲਿਖਾਰੀ ਮੁਹਸਨ ਫਾਨੀ ਨੇ ਲਿਖਿਆ ਹੈ ਕਿ ਮੁਗਲਾਂ ਦਾ ਮਾਲੀਆ ਆਵੇ ਜਾਂ ਨਾ ਆਵੇ, ਦਸਵੰਧ ਦੀ ਰਕਮ ਗੁਰੂ ਦਰਬਾਰ ਨਿਯਮ ਨਾਲ ਸਮੇਂ ਸਿਰ ਪੁੱਜ ਜਾਂਦੀ ਸੀ। ਹਰਿਮੰਦਰ ਦੀ ਸੰਪੂਰਨਤਾ 3 ਸਾਲਾਂ ਵਿੱਚ ਹੋਈ। ਜਦ ਮੁਕੰਮਲ ਹੋ ਗਿਆ ਤਾਂ ਗੁਰੂ ਜੀ ਨੇ ਸ਼ੁਕਰਾਨੇ ਦਾ ਸ਼ਬਦ ਪੜ੍ਹਿਆ, ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਗ 783। ਇਹ ਵੀ ਫਰਮਾਇਆ ਹੈ ਕਿ ਜੋ ਵੀ ਸ਼ਰਧਾ ਨਾਲ ਕੀਰਤਨ ਗਾਏਗਾ ਸੁਣੇਗਾ, ਉਸਦਾ ਵਾਹਿਗੁਰੂ ਨਾਲ ਮਿਲਾਪ ਜ਼ਰੂਰ ਹੋਵੇਗਾ। ਇੱਥੇ ਇਹ ਦੱਸਣਾ ਠੀਕ ਹੋਵੇਗਾ ਕਿ ਅੰਮ੍ਰਿਤਸਰ ਨਗਰ ਦੀ ਹਰਿਮੰਦਰ ਸਾਹਿਬ ਦੀ ਗੁਰੂ ਕੇ ਮਹਿਲਾਂ ਨੂੰ ਪੱਕਾ ਕਰਨ ਦੀ ਅਤੇ ਸ਼ਹਿਰ ਦੇ ਜ਼ਰੂਰੀ ਹਿੱਸਿਆਂ ਦੀ ਉਸਾਰੀ ਵਿੱਚ ਰੁੱਝੇ ਰਹਿਣ ਕਾਰਨ ਗੁਰੂ ਜੀ 10 ਸਾਲ ਤੱਕ ਅੰਮ੍ਰਿਤਸਰ ਤੋਂ ਬਾਹਰ ਨਾ ਜਾ ਸਕੇ। ਤਰਨਤਾਰਨ ਦੀ ਉਸਾਰੀ। ਜਿੱਥੇ ਤਰਨਤਾਰਨ ਨਗਰ ਵਸਾਇਆ ਗਿਆ ਸੀ, ਇਸ ਦੇ ਸਰੋਵਰ ਵਾਲੀ ਥਾਂ 'ਤੇ ਇੱਕ ਢਾਬ ਹੁੰਦੀ ਸੀ, ਜੋ 3 ਪਿੰਡਾਂ ਪਲਾਸੌਰ, ਕਾਜ਼ੀਕੋਟ ਅਤੇ ਬੁੱਟਾ ਦੀਆਂ ਜਿੱਥੇ ਹੱਦਾਂ ਮਿਲਦੀਆਂ ਸਨ, ਜਿਸ ਨੂੰ ਸਿਹਦਾਂ ਆਖਦੇ ਹਨ, ਉੱਥੇ ਸਥਿਤ ਸੀ। ਇਸ ਢਾਬ 'ਤੇ 3 ਪਿੰਡਾਂ ਦਾ ਆਗੂ ਮੰਗੂ ਇਕੱਠਾ ਹੁੰਦਾ ਸੀ ਅਤੇ ਕਿਸੇ ਨਾ ਕਿਸੇ ਕਾਰਨ ਵਾਗੀਆਂ ਵਿੱਚ ਝਗੜੇ ਦਾ ਕਾਰਨ ਬਣਦਾ ਸੀ, ਜੋ ਪਿੰਡਾਂ ਵਿੱਚ ਵਿਚਾਲੇ ਝਗੜੇ ਦਾ ਕਾਰਨ ਹੋ ਨਿਬੜਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਉੱਘੇ ਸਿੱਖ ਨੇ ਸਲਾਹ ਦਿੱਤੀ ਕਿ ਨਵਾਂ ਨਗਰ ਵਸਾਉਣ ਲਈ ਢਾਬ ਵਾਲੀ ਥਾਂ ਸਸਤੀ ਮਿਲ ਸਕਦੀ ਹੈ। ਇਸ ਲਈ ਗੁਰੂ ਜੀ ਵੱਲੋਂ ਇਹ ਥਾਂ ਮੁੱਲ ਖਰੀਦੀ ਗਈ। ਤਰਨਤਾਰਨ ਦੀ ਨੀਂਹ 17 ਵਿਸਾਖ 1647 BC 15 ਅਪ੍ਰੈਲ 1590 ਈਸਵੀ ਨੂੰ ਗੁਰੂ ਜੀ ਨੇ ਆਪਣੇ ਚਰਨ ਕਰ ਕਮਲਾ ਨਾਲ ਰੱਖੀ। ਤਰਨਤਾਰਨ ਦੀ ਉਸਾਰੀ ਵੇਲੇ ਕੋਠੜੀਆਂ ਦੀ ਇੱਕ ਵੱਖਰੀ ਬਸਤੀ ਵੀ ਬਣਾ ਦਿੱਤੀ ਗਈ। ਮਾਝੇ ਵਿੱਚ ਕੋਠੜੀ ਨੂੰ ਨਿਮਾਣਾ ਕਹਿੰਦੇ ਹਨ ਅਤੇ ਗੁਰੂ ਨਾਨਕ ਸਾਹਿਬ ਦਾ ਘਰ ਨਿਮਾਣਿਆਂ ਦਾ ਮਾਣ ਹੈ। ਤਰਨਤਾਰਨ ਦੀ ਉਸਾਰੀ ਨੂੰ 5 ਸਾਲ ਦਾ ਸਮਾਂ ਲੱਗਾ ਅਤੇ ਸਿੱਖੀ ਦਾ ਉੱਘਾ ਕੇਂਦਰ ਬਣ ਗਿਆ। ਇਸ ਸ਼ਹਿਰ ਦੀ ਉਸਾਰੀ ਵਿੱਚ ਭਾਈ ਲੰਗਾਹ ਨੇ ਮਹਾਨ ਯੋਗਦਾਨ ਪਾਇਆ। ਗਰਮੀ ਸਰਦੀ ਦੀ ਉਸ ਕਦੇ ਪਰਵਾਹ ਨਾ ਕੀਤੀ। ਜਦ ਗੁਰੂ ਜੀ ਲਾਹੌਰ ਸ਼ਹਾਦਤ ਦੇਣ ਗਏ ਤਾਂ 5 ਸਿੱਖਾਂ ਵਿੱਚ ਚੌਧਰੀ ਲੰਗਾਹ ਵੀ ਸ਼ਾਮਿਲ ਸੀ। ਸੇਵਾ ਕਰਦਿਆਂ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਸਾਹਿਬ ਦੇ ਜਨਮ ਸਥਾਨ ਰਮਦਾਸ ਵੀ ਗਏ।
ਸੰਗਤਾਂ ਨੇ ਬੇਨਤੀ ਕੀਤੀ ਕਿ ਬ੍ਰਾਹਮਣ ਸਦਾ ਹੀ ਕਹਿੰਦੇ ਹਨ ਕਿ ਗ੍ਰਹਿਆਂ ਦੀਆਂ ਚਾਲਾਂ ਕਰਕੇ ਜੀਵਾਂ 'ਤੇ ਦੁੱਖ ਵਾਪਰਦੇ ਹਨ। ਗੁਰੂ ਜੀ ਨੇ ਫਰਮਾਇਆ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਬਖਸ਼ ਕੇ ਸਾਰੇ ਗ੍ਰਹਿ ਨਿਵਾਰਨ ਕਰ ਦਿੱਤੇ ਹਨ। ਕੋਈ ਗ੍ਰਹਿ ਸਾਡੇ 'ਤੇ ਅਸਰ ਨਹੀਂ ਕਰਦਾ। ਨਾਮ ਨਾਲ ਸਹਿਜ ਸੁੱਖ ਉਪਜਦਾ ਹੈ। ਬਾਬਾ ਸ਼੍ਰੀ ਚੰਦ ਜੀ ਨਾਲ ਮਿਲਾਪ। ਸ਼੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀ ਚੰਦ ਨੂੰ ਮਿਲਣ ਲਈ ਪਿੰਡ ਬਾਰਠ ਵੀ ਗਏ। ਬਾਬਾ ਜੀ ਦੀ ਉਮਰ ਉਸ ਵੇਲੇ ਲਗਭਗ 95 ਸਾਲ ਦੀ ਸੀ। ਬਾਬਾ ਜੀ ਗੁਰੂ ਜੀ ਦੀ ਨਿਮਰਤਾ, ਮਿੱਠਤ ਅਤੇ ਵਿਦਵਤਾ ਵੇਖ ਕਿਤਨੇ ਪ੍ਰਸੰਨ ਹੋਏ ਕਿ ਕਿਹਾ ਕਿ ਤੁਹਾਡਾ ਬੁਰਾ ਚਿਤਰਨ ਵਾਲਾ ਕੋਈ ਨਹੀਂ ਰਹੇਗਾ। ਤੁਹਾਡੀ ਬਾਣੀ ਦੁਨੀਆ ਭਰ ਵਿੱਚ ਮਾਣ ਪਾਏਗੀ ਅਤੇ ਕਲਿਆਣਕਾਰੀ ਹੋਵੇਗੀ।